ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 55 ਅੰਗ ਤੇ ਚੱਲ ਰਹੀ ਲੜੀਵਾਰ ਕਥਾ ਵਿੱਚ ਕੱਲ ਦੁਪਹਿਰ ਦੇ ਸਮੇਂ 3 ਅਸ਼ਟਪਦੀਆਂ ਹੋ ਚੁੱਕੀਆਂ ਹਨ ਅਤੇ ਚੌਥੀ ਅਸ਼ਟਪਦੀ ਮਹਾਰਾਜ ਬਖਸ਼ਿਸ਼ਕਾਰੇ ਗੁਰੂ ਨਾਨਕ ਦੇਵ ਜੀ ਸਤਿਗੁਰਾਂ ਦੇ ਪਿਆਰੇ ਗੁਰਬਾਣੀ ਦੇ ਰਸੀਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਲਾਲ ਸ਼ਹੀਦਾਂ ਦੇ ਵਿੱਚ ਸ਼੍ਰੋਮਣੀ ਜਥੇਦਾਰ ਦਮਦਮੀ ਟਕਸਾਲ ਦੇ ਪਹਿਲੇ ਥਾਪੇ ਗਏ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਅੱਜ ਜਨਮ ਦਿਨ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ, ਉਹਨਾਂ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ ਜਿਨ੍ਹਾਂ ਨੇ ਭਾਰੀ ਕੁਰਬਾਨੀਆਂ ਕੀਤੀਆਂ ਪੰਥ ਲਈ, ਉਹਨਾਂ ਦੇ ਨਾਲ ਨਾਲ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ ਸ਼ਹੀਦੀ ਪਾਈ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਸਥਾਨ ਬਣਿਆ ਹੋਇਆ। ਐਸੇ ਮਹਾਂਵੀਰ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਜੀਵਨ 'ਤੇ ਝਾਤ ਨਾਲ ਨਾਲ ਪੈਂਦੀ ਰਹੇਗੀ। ਸਤਿਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਉਪਦੇਸ਼ ਜਿਵੇਂ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਸ਼ਰਵਣ ਕਰਦੇ ਹਾਂ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਗਤੀਆਂ ਵਿੱਚ ਮਹਾਰਾਜ ਨੇ ਬਚਨ ਕੀਤਾ ਹੈ, ਭਾਈ ਰੇ ਇਉਂ ਸਿਰ ਜਾਣੋ ਕਾਲ। ਭਾਈ, ਇਸ ਪ੍ਰਕਾਰ ਦੇ ਨਾਲ ਕਾਲ ਨੂੰ ਆਪਣੇ ਸਿਰ 'ਤੇ ਖੜਾ ਜਾਣੋ। ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਜਿਵੇਂ ਮੱਛੀ ਨੂੰ ਜਾਲ ਪੈ ਗਿਆ ਅਤੇ ਜਾਲ ਵਿੱਚ ਉਹ ਫਸ ਜਾਂਦੀ ਹੈ, ਤਿਵੇਂ ਮਨੁੱਖ ਨੂੰ ਵੀ ਅਚਾਨਕ ਕਾਲ ਦਾ ਜਾਲ ਪੈ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਪ੍ਰਾਰੰਭ ਕਰਦੇ ਨੇ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹੁ, ਸੁਣਿਆ ਹਾਥ ਹੋਵੇ ਅਸਗਾਹੁ। ਨਾਮ ਦੇ ਸੁਣਨੇ ਕਰਕੇ ਡੂੰਘਾ, ਅਸਗਾਹੁ ਤੋਂ ਭਾਵ ਡੂੰਘਾ ਜਿਹੜਾ ਸਮੁੰਦਰ ਹੈ ਉਹ ਹੱਥਕ ਜਿੰਨਾ ਰਹਿ ਜਾਂਦਾ। ਇਸ ਤਰ੍ਹਾਂ ਅਸਗਾਹੁ ਅੱਖਰ ਇੱਥੇ ਆਉਣ ਕਰਕੇ ਹੀ ਜਪਜੀ ਸਾਹਿਬ ਦੀ ਪੰਗਤੀ ਯਾਦ ਆਈ ਹੈ। ਇੱਥੇ ਵੀ ਮਹਾਰਾਜ ਫਰਮਾਉਂਦੇ ਨੇ, ਅਸਗਾਹੁ ਡੂੰਘਾ ਤੇ ਖਾਰਾ ਜੋ ਸਮੁੰਦਰ ਹੈ, ਸਾਰ ਖਾਰਾ ਅਸਗਾਹੁ, ਉਹਦੇ ਵਿੱਚ ਰਹਿੰਦਿਆਂ ਹੋਇਆਂ ਮੱਛੀ ਨੇ ਜਾਲ ਨੂੰ ਨਾ ਜਾਣਿਆ ਵੀ ਜਾਲ ਪਾਇਆ ਹੈ ਮੈਨੂੰ ਫਸਾਉਣ ਲਈ, ਤੇ ਮੇਰੇ ਫਸਾਉਣ ਵਾਸਤੇ ਕੋਈ ਚੀਜ਼ ਪਈ ਹੋਈ ਹੈ ਅੱਗੇ। ਭਾਵੇਂ ਵੀ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜਿਹੜੀ ਮੱਛੀ ਹੁੰਦੀ ਹੈ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾਹੁ। ਭਾਵੇਂ ਮੱਛੀ ਅਤ ਵੱਡੀ ਸਿਆਣੀ ਤੇ ਸੋਹਣੀ ਸੀ, ਪਰ ਉਹਨੇ ਵੇਸਾਹੁ ਭਰੋਸਾ ਕਿਉਂ ਕੀਤਾ ਕਿ ਮੈਂ ਵੱਡੇ ਸਮੁੰਦਰ ਵਿੱਚ ਆ, ਮੈਨੂੰ ਕੋਈ ਫਾੜ ਹੀ ਨਹੀਂ ਸਕਦਾ। ਇਹ ਉਹਦੀ ਸਿਆਣਪ ਨੇ ਉਹਨੂੰ ਮਾਰਿਆ। ਮਹਾਰਾਜ ਆਪ ਹੁਣ ਬਾਣੀ 'ਚ ਲਿਖਦੇ ਨੇ, ਅਤ ਸਿਆਣੀ ਸੋਹਣੀ। ਮੱਛੀ ਨੂੰ ਸਿਆਣੀ ਵੀ ਲਿਖਿਆ, ਸੋਹਣੀ ਵੀ ਲਿਖਿਆ। ਇਸ ਕਰਕੇ ਇਹ ਜੀਵ ਦੇ ਅੰਦਰ ਸਿਆਣਪ ਕਾਫੀ ਹੁੰਦੀ ਮੱਛੀ ਵਿੱਚ। ਸਿਆਣੀਆਂ ਮੱਛੀਆਂ ਵਿੱਚੋਂ ਜਿਵੇਂ ਡਾਲਫਨ ਮੱਛੀ, ਜੇ ਬੰਦਾ ਡੁੱਬਦਾ ਹੋਵੇ ਸਮੁੰਦਰ ਵਿੱਚ, ਉਹਨੂੰ ਖਿੱਚ ਕੇ ਕਿਨਾਰੇ 'ਤੇ ਲਿਆ ਕੇ ਰੱਖ ਦਿੰਦੀ ਹੈ। ਉਹਦੀ ਕਾਫੀ ਸਿਆਣਪ ਦੇਖਣ ਨੂੰ ਮਿਲੀ ਹੈ। ਸੋਹਣੀਆਂ ਵੀ ਮੱਛੀਆਂ ਬਹੁਤ ਕਈ ਪ੍ਰਕਾਰ ਦੇ ਰੰਗਾਂ ਦੀਆਂ ਹੁੰਦੀਆਂ ਨੇ। ਤਾਂ ਸਤਿਗੁਰੂ ਕਹਿੰਦੇ ਨੇ, ਭਾਵੇਂ ਉਹ ਕਿੰਨੀ ਸੋਹਣੀ ਅਤੇ ਸਿਆਣੀ ਹੈ, ਪਰ ਜਦੋਂ ਸ਼ਿਕਾਰੀ ਜਾਲ ਪਾਉਂਦਾ ਸਭ ਸਿਆਣਪਾਂ ਖਤਮ ਹੋ ਜਾਂਦੀਆਂ ਨੇ। ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾ। ਭਰੋਸੇ ਕਰਨੇ ਕਾਰਨ ਉਹ ਸਬੱਬ ਕਰਕੇ ਹੀ ਫੜੀ ਗਈ, ਕਿਉਂਕਿ ਸਿਰ ਤੋਂ ਕਾਲ ਜੋ ਨਹੀਂ ਟਲਦਾ। ਭਾਈ ਰੇ ਇਉਂ ਸਿਰ ਜਾਣਹੁ ਕਾਲ। ਮਹਾਰਾਜ ਕਹਿੰਦੇ, ਇਸੇ ਤਰ੍ਹਾਂ ਅਸਗਾਹ ਜੋ ਡੂੰਘਾ ਸੰਸਾਰ ਸਮੁੰਦਰ ਹੈ ਨਾ, ਪਦਾਰਥਾਂ ਰੂਪ ਪਾਣੀ ਦੇ ਨਾਲ ਭਰਿਆ ਹੋਇਆ ਹੈ। ਫਿਰ ਖਾਰਾ ਕਿਵੇਂ ਹੈ? ਕਹਿੰਦੇ ਦੁੱਖ ਮਾਝ ਹੋਰ ਦੁੱਖ ਹੋਣੇ, ਦੁੱਖ ਤੇ ਦੁੱਖ ਪਈ ਜਾਣਾ, ਇਹੀ ਖਾਰਾਪਣਾ ਇਹਦੇ 'ਚ। ਇਸ ਵਿੱਚ ਰਹਿੰਦਿਆਂ ਹੋਇਆਂ ਜੀਵ ਰੂਪ ਮੱਛੀ ਨੇ ਜਮਾਂ ਦੇ ਜਾਲ ਨੂੰ ਨਹੀਂ ਜਾਣਿਆ। ਭਾਵੇਂ ਜੀਵ ਰੂਪ ਮੱਛੀ ਬਹੁਤ ਸਿਆਣੀ ਅਤੇ ਸੋਹਣੀ ਵੀ ਸੀ, ਪਰ ਇਹਨੇ ਭਰੋਸਾ ਕਿਉਂ ਕੀਤਾ ਕਿ ਮੈਨੂੰ ਜਮਾਂ ਨੇ ਨਹੀਂ ਮਾਰਨਾ, ਮੇਰਾ ਇੰਤਜ਼ਾਮ ਬੜਾ ਕੀਤਾ ਹੋਇਆ। ਜਿਵੇਂ ਮਹਾਰਾਜ ਨੇ ਬਚਨ ਫਰਮਾਇਆ,
ਪ੍ਰੀਸ਼ਤ ਰਾਜੇ ਬਾਰੇ ਸਹਿਸ ਕੀਰਤੀ ਦੇ ਸ਼ਲੋਕਾਂ 'ਚ ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸੈ। ਪ੍ਰੀਸ਼ਤ ਨੂੰ ਪਤਾ ਲੱਗ ਗਿਆ ਕਿ ਮੈਂ 7 ਦਿਨਾਂ ਦੇ ਵਿੱਚ ਸੱਪ ਲੜ ਕੇ ਮਰਨਾ। ਉਹਨੇ ਗੰਗਾ ਦੇ ਵਿੱਚ ਸ਼ੀਸ਼ ਮਹਿਲ ਬਣਾਇਆ ਜਿੱਥੇ ਕੀੜੀ ਜਾਂਦੀ ਵੀ ਨਜ਼ਰ ਆਵੇ। ਸਿਪਾਹੀ ਚਾਰੇ ਪਾਸੇ ਖੜਾ ਦਿੱਤੇ, ਪਰ ਕਹਿੰਦੇ ਨੇ ਦੇਖੋ ਫੇਰ ਵੀ ਉੱਥੇ ਮੌਤ ਪਹੁੰਚ ਹੀ ਗਈ। ਤੱਛਕ ਨਾਗ ਬਹੁਤ ਛੋਟੇ ਜੀਵ ਦੇ ਰੂਪ ਵਿੱਚ ਫੁੱਲਾਂ ਦੇ ਅੰਦਰ ਛੁਪ ਕੇ ਬੈਠਾ ਔਰ ਕੀੜੀ ਦੇ ਰੂਪ ਵਿੱਚ ਹੋ ਕੇ ਉਹ ਛੁਪ ਗਿਆ ਅਤੇ ਜਦੋਂ ਮਸਤਕ ਨੂੰ ਫੁੱਲ ਲਾਏ ਤਾਂ ਮੱਥੇ ਵਿੱਚ ਡੰਗ ਮਾਰ ਕੇ ਪ੍ਰੀਸ਼ਤ ਦੀ ਜਾਨ ਲੈ ਲਈ। ਭਰੋਸੇ ਕਰਨੇ ਦੇ ਸਬੱਬ ਨਾਲ ਹੀ ਇਹ ਫੜੀ ਗਈ, ਕਿਉਂਕਿ ਕਾਲ ਸਿਰ ਤੋਂ ਟਲਦਾ ਨਹੀਂ ਹੈ ਬੰਦੇ ਦੇ। ਕਾਲ ਨੂੰ ਇਸ ਤਰ੍ਹਾਂ ਸਿਰ ਤੇ ਖੜਾ ਹੋਇਆ ਜਾਣੋ। ਮਹਾਰਾਜ ਕਹਿੰਦੇ ਨੇ ਜਿਵੇਂ ਅਫਲਾਤੂ ਵਰਗੇ ਰਾਜੇ ਜਾਂ ਅਫਲਾਤੂ ਵਰਗੇ ਜਿਹੜੇ ਸਿਆਣੇ ਕਹਾਉਂਦੇ ਸੀ ਆਪਣੇ ਆਪ ਨੂੰ, 45 ਬੁੱਤ ਆਪਣੇ ਵਰਗੇ ਬਣਾ ਕੇ ਰੱਖੇ ਉਹਨੇ। ਜਮਦੂਤ ਵੀ ਭੁਲੇਖਾ ਖਾ ਜਾਂਦੇ ਸੀ ਕਿ ਇਹ ਅਸਲੀ ਕਿਹੜਾ ਹੈ। ਧਰਮ ਰਾਜੇ ਨੇ ਜੁਗਤੀ ਦੱਸੀ ਕਿ ਤੁਸੀਂ ਜਾ ਕੇ ਉਹਨਾਂ ਬੁੱਤਾਂ ਦੀ ਸਿਫਤ ਕਰਿਆ ਕਰੋ। ਪਹਿਲਾ ਠੀਕ ਹੈ, ਦੂਜਾ, ਤੀਜਾ, ਚੌਥਾ, ਪੰਜਵਾਂ ਸਾਰੇ ਠੀਕ ਹੈ ਬਈ, ਆਹ 6ਵੇਂ 7ਵੇਂ 'ਚ ਨੁਕਸ ਕੱਢ ਦਿਓ ਵੀ ਇਹਦਾ ਨੱਕ ਥੋੜ੍ਹਾ ਜਿਹਾ ਵਿੰਗਾ, ਜੇ ਨਾ ਵਿੰਗਾ ਹੁੰਦਾ ਇਹ ਵੀ ਸੋਹਣਾ ਲੱਗਦਾ। ਧਰਮਰਾਜ ਜੀ ਕਹਿਣ ਲੱਗੇ ਜਮਦੂਤਾਂ ਨੂੰ, ਜਦੋਂ ਤੁਸੀਂ ਨੁਕਸ ਕੱਢੋਗੇ ਤਾਂ ਜਿਹੜਾ ਅਸਲੀ ਹੋਵੇਗਾ ਉੱਠ ਕੇ ਕਹੂਗਾ ਕਿਹੜੇ 'ਚ, ਮੈਂ ਤਾਂ ਸਾਰੇ ਠੀਕ ਬਣਾਏ ਨੇ, ਉੱਥੇ ਹੀ ਫੜ ਲੈਣਾ। ਜਿੰਨਾ ਮਰਜ਼ੀ ਸਿਆਣਾ ਹੋਵੇ, ਸੋਹਣਾ ਹੋਵੇ, ਮਹਾਰਾਜ ਕਹਿੰਦੇ ਨੇ ਸੰਸਾਰ ਦੇ ਅੰਦਰ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਉ। ਜਿਵੇਂ ਮੱਛੀ ਨੂੰ ਸਮੁੰਦਰ ਵਿੱਚ ਰਹਿੰਦਿਆਂ ਅਚਾਨਕ ਜਾਲ ਪੈ ਜਾਂਦਾ, ਉਵੇਂ ਮਨੁੱਖ ਨੂੰ ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਅਚਾਨਕ ਜਮਦੂਤਾਂ ਦਾ ਜਾਲ ਪੈ ਜਾਂਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਭ ਜਗ ਬਾਧੋ ਕਾਲ ਕੋ ਬਿਨ ਗੁਰ ਕਾਲ ਅਫਾਰ। ਕਾਲ ਨੇ ਸਾਰੇ ਜਗਤ ਨੂੰ ਹੀ ਬੰਨ੍ਹਿਆ ਹੋਇਆ। ਗੁਰੂ ਸਾਹਿਬ ਤੋਂ ਬਿਨਾਂ ਇਹ ਕਾਲ ਜਿਹੜਾ ਹੈ ਅਫਾਰ ਹੁੰਦਾ, ਅਮੋੜ ਹੀ ਹੈ, ਕਿਉਂਕਿ ਗੁਰੂ ਸਾਹਿਬ ਦੀ ਮਦਦ ਤੋਂ ਬਿਨਾਂ ਇਹ ਕਾਲ ਨਹੀਂ ਹਟ ਸਕਦਾ। ਕਾਲ ਨੂੰ ਸਾਰੀ ਸ੍ਰਿਸ਼ਟੀ ਨੂੰ ਦੱਸਿਆ ਕਿ ਕਾਲ ਨੂੰ ਕਿਹਾ ਤੇਰਾ ਖਾਜਾ ਹੈ ਸ੍ਰਿਸ਼ਟੀ, ਕਾਲ ਦੇ ਅਧੀਨ ਹੈ ਸਭ ਕੋਈ। ਤਾਈਓ 10ਵੇਂ ਪਾਤਸ਼ਾਹ ਨੇ ਉਚਾਰਨ ਕੀਤਾ, ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ, ਅਕਾਲ ਪੁਰਖ ਵਾਹਿਗੁਰੂ। ਸੱਚ ਰਤੇ ਸੇ ਉਬਰੇ ਦੁਬਿਧਾ ਛੋੜ ਵਿਕਾਰ। ਜਿਹੜੇ ਦੁਬਿਧਾ ਆਦਿਕ ਵਿਕਾਰਾਂ ਨੂੰ ਛੱਡ ਕੇ ਪਰਮਾਤਮਾ ਦੇ ਸੱਚੇ ਨਾਮ ਵਿੱਚ ਰੰਗੇ ਹੋਏ ਨੇ, ਉਹ ਮੌਤ ਤੋਂ ਬਚ ਗਏ ਨੇ, ਕਿਉਂਕਿ ਉਹਨਾਂ ਦੇ ਨੇੜੇ ਫਿਰ ਕਾਲ ਜਾਂਦਾ ਨਹੀਂ। ਕਾਲ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਨੀਸ਼ਰਵਾਦੀਆਂ ਨੇ ਕਾਲ ਨੂੰ ਹੀ ਸਭ ਤੋਂ ਵੱਡਾ ਮੰਨਿਆ ਕਿ ਕਾਲ ਜਿਹੜਾ ਵੱਡਾ ਹੈ, ਕਾਲ ਤੋਂ ਉੱਤੇ ਹੋਰ ਕੁਛ ਨਹੀਂ। ਪਰ ਮਹਾਂਪੁਰਖ ਦੱਸਦੇ ਸੀ ਬਈ ਜਦੋਂ ਮਹਾਂਪਰਲੋਂ ਆਉਂਦੀ ਹੈ ਤਾਂ ਇਹ ਕਾਲ ਦੀਆਂ ਵੀ ਚੀਕਾਂ ਪੈ ਜਾਂਦੀਆਂ, ਇਹ ਵੀ ਮਰ ਜਾਂਦਾ, ਉਦੋਂ ਖਤਮ ਹੋ ਜਾਂਦਾ। ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ ਪਰਮੇਸ਼ਰ। ਹਉ ਤਿਨ ਕੈ ਬਲਿਹਾਰਣ ਦਰ ਸੱਚੈ ਸਚਿਆਰ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਉਹ ਸੱਚੇ ਦਰਬਾਰ ਵਿੱਚ ਜਾ ਕੇ ਸਚਿਆਰ ਹੁੰਦੇ ਨੇ, ਜਿਹੜੇ ਦੁਬਿਧਾ ਤੇ ਵਿਕਾਰਾਂ ਨੂੰ ਛੱਡ ਕੇ ਨਾਮ ਵਿੱਚ ਰੰਗੇ ਗਏ ਨੇ। ਉਹ ਕਾਲ ਤੋਂ ਜਿਹੜੇ ਬੱਚੇ ਨੇ ਉਹਨਾਂ ਤੋਂ ਮੈਂ ਬਲਿਹਾਰ ਜਾਵਾਂ, ਜਿਹੜੇ ਸੱਚਖੰਡ ਦਰਬਾਰ ਵਿੱਚ ਜਾ ਕੇ ਸਚਿਆਰ ਹੋ ਜਾਂਦੇ ਨੇ। ਸੀ ਚਾਨੇ ਜਿਉ ਪੰਖੀਆ ਜਾਲੀ ਬੱਧਿਕ ਹਾਥ। ਰਿੱਧੀਆਂ ਸਿੱਧੀਆਂ ਵਾਲੇ ਜੋ ਸ਼ਕਤੀਵਾਨ ਨੇ ਉਹਨਾਂ ਨੂੰ ਜਮ ਕਹਿੰਦੇ ਇਉਂ ਹੈ, ਛੇਤੀ ਮਾਰਦਾ ਜਿਵੇਂ ਪੰਛੀਆਂ ਨੂੰ ਸੀਚਾਨੇ ਹੁੰਦਾ ਬਾਜ, ਜਿਵੇਂ ਪੰਛੀਆਂ ਨੂੰ ਬਾਜ ਮਾਰਦਾ ਨਾ। ਇਹ ਜਿਹੜੇ ਮਾੜੀਆਂ ਮੋਟੀਆਂ ਸ਼ਕਤੀਆਂ ਵਾਲੇ ਨੇ, ਇੱਥੇ ਹੀ ਟੌਰ ਹੁੰਦਾ ਇਹਨਾਂ ਦਾ ਮਾੜਾ ਜਿਹਾ। ਜਿੰਨਿਆਂ ਨੂੰ ਆਪਾਂ ਦੇਖਦੇ ਹਾਂ ਨਾ, ਲੋਕੀ ਮਨ ਦੇ ਢਹਿ ਢਹਿ ਡਿੱਗਦੇ ਚਰਨਾਂ ਤੇ, ਇਹ ਬੜਾ ਵੱਡਾ, ਉਨੀ ਸ਼ਕਤੀ ਹੈ ਨਹੀਂ ਆਪਣੇ। ਜੇ ਕਿਤੇ ਜਾ ਕੇ ਸੱਚਖੰਡ ਇਹਨਾਂ ਦੀ ਹਾਲਤ ਦੇਖੋ, ਬਹੁਤ ਝਿੜਕਾਂ ਪੈਂਦੀਆਂ ਨੇ, ਇੰਨੀ ਤਾੜਨਾ ਹੁੰਦੀ ਇਹਨਾਂ ਨੂੰ, ਔਰ ਫਿਰ ਭਜਾ ਦਿੰਦੇ, ਚੱਲ ਇੱਥੋਂ ਦੌੜ ਜਾ, ਤੈਨੂੰ ਸੰਸਾਰ 'ਚ ਕਿਹੜੇ ਕੰਮ ਲਈ ਭੇਜਿਆ ਸੀ।
ਉੱਥੇ ਹੋਰ ਹੀ ਪੁੱਠੇ ਕੰਮ ਕਰਕੇ ਆ ਗਏ ਸਾਡੇ ਕੋਲ। ਅੱਬਲ ਤੇ ਬਹੁਤੇ ਜਾਂਦੇ ਹੀ ਨਹੀਂ, ਧਰਮ ਰਾਜੇ ਦੇ ਦੁਆਲੇ ਗੇੜੇ ਖਾਈ ਜਾਂਦੇ ਨੇ, ਪਰ ਨਿਰੰਕਾਰ ਜੀ ਤਾਂ ਸੱਚ ਦੀ ਤੱਕੜੀ 'ਚ ਤੋਲ ਦਿੰਦੇ ਸਾਰਾ ਕੁਝ। ਉਹਨਾਂ ਨੇ ਲਿਹਾਜ਼ ਨਹੀਂ ਕਰਨਾ। ਮਹਾਰਾਜ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਨਹੀਂ ਲਿਹਾਜ਼ ਹੁੰਦਾ। ਇੱਥੇ ਹੀ ਠੀਕ ਹੈ ਕਿ ਬੰਦਾ, ਬਹੁਤ ਸਾਰੇ ਕਈ ਐਸੇ ਉੱਚੇ ਵੀ ਨੇ ਜਿਨ੍ਹਾਂ ਨੂੰ ਆਪਾਂ ਵੀ ਸਤਿਕਾਰ ਦੇਈ ਜਾਂਦੇ ਹਾਂ, ਸਤਿਕਾਰਯੋਗ ਵੀ ਹੁੰਦੇ ਨੇ ਉਹ। ਕਈ ਗਲਤੀਆਂ ਐਸੀਆਂ ਵੀ ਹੋ ਜਾਂਦੀਆਂ ਉਹਨਾਂ ਤੋਂ, ਜਿਹੜੀਆਂ ਗਲਤੀਆਂ ਇੱਥੇ ਤਾਂ ਚੱਲ ਜਾਂਦੀਆਂ ਪਰ ਲੋਕ ਵਿੱਚ ਤੱਕੜੀ ਤੇ ਪੂਰਾ ਤੁਲਦਾ। ਨਿਰੰਕਾਰ ਦੇ ਸਾਹਮਣੇ ਖੜ ਕੇ ਕੋਈ ਕੁਛ ਨਹੀਂ ਕਹਿ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਛੋਟਿਆਂ ਮੋਟਿਆਂ ਨੂੰ ਤਾਂ ਵੈਸੇ ਹੀ ਲੈ ਲੈਂਦੇ ਨੇ ਉਹ ਤਾਂ। ਮਹਾਰਾਜ ਕਹਿੰਦੇ ਬਾਕੀ ਦੇ ਸੰਸਾਰੀ ਜੀਵਾਂ ਨੂੰ ਜਮ ਇਉਂ ਮਾਰਦਾ ਜਿਵੇਂ ਫੰਦਕ ਹੱਥ ਵਿੱਚ ਜਾਲੀ ਲੈ ਕੇ ਜਾਨਵਰਾਂ ਨੂੰ ਫਸਾਉਂਦਾ, ਅਤੇ ਜਿਹੜੇ ਬਾਹਲੇ ਆਪਣੇ ਆਪ ਨੂੰ ਸਮਝਦੇ ਚਲਾਕ, ਉਹਨਾਂ ਨੂੰ ਬਾਜ ਵਾਂਗੂ ਫੜਦਾ ਜਾ ਕੇ ਵੀ ਪਹਿਲਾਂ ਤਾਂ ਤੂੰ ਆ ਜਾ ਇੱਧਰ, ਪਹਿਲੋਂ ਫਾਹਾ ਪਾਇਆ ਪਾਂਦੇ, ਪਿੱਛੋਂ ਦੇ ਗੱਲ ਚਾਟੜਿਆਂ। ਆਪਣੇ ਆਪ ਨੂੰ ਜਿਹੜਾ ਕਹਿੰਦਾ ਸੀ ਮੈਂ ਹੀ ਪਰਮੇਸ਼ਰ ਹਾਂ, ਮੈਂ ਰੱਬ ਰੂਪ ਹਾਂ। ਜਿਵੇਂ ਕਿਸੇ ਬਾਹਲੇ ਨੂੰ ਪੁੱਛਿਆ ਕਿਸੇ ਨੇ ਆਪਣੇ ਆਪ ਨੂੰ, ਬੜਾ ਕਹਾਉਂਦਾ ਵੀ ਮੈਂ ਬੜਾ ਵੱਡਾ ਮਹਾਂਪੁਰਖ ਹਾਂ। ਕੋਈ ਕਹਿਣ ਲੱਗਿਆ ਬਾਬਾ ਜੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਹੈ। ਆਪਣੇ ਮੂੰਹ 'ਤੇ ਹੱਥ ਫੇਰ ਕੇ, ਦਾੜੀ 'ਤੇ ਹੱਥ ਫੇਰ ਕੇ ਕਹਿੰਦਾ ਆਹ ਦੇਖ ਗੁਰੂ ਨਾਨਕ। ਕਹਿੰਦਾ ਇਹ ਗੁਰੂ ਨਾਨਕ ਰੂਪ ਹੀ ਹੈ। ਇੰਨਾ ਵੀ ਕਹਿਣ ਦੀ ਜਿਹੜਾ ਹਿੰਮਤ ਕਰਦਾ ਉਹਨੂੰ ਵੀ ਲੇਖਾ ਦੇਣਾ ਪੈਂਦਾ, ਭਾਰੀ ਲੇਖਾ। ਇਸ ਕਰਕੇ ਸੰਸਾਰ ਦੇ ਅੰਦਰ ਰਹਿ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਡਰ ਨੂੰ ਮੰਨਿਆ ਹੈ, ਨਿਰੰਕਾਰ ਦੇ ਡਰ ਨੂੰ ਮੰਨਿਆ ਹੈ, ਉਹ ਜੀਵ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣਦੇ ਨੇ। ਗੁਰ ਰਾਖੇ ਸੇ ਉਬਰੇ ਹੋਰ, ਫਾਥੇ ਚੋਗੈ ਸਾਥ। ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖ ਲਿਆ, ਜਿਨ੍ਹਾਂ ਦੇ ਰਾਖੇ ਆਪ ਹੋਏ ਨੇ ਸਤਿਗੁਰੂ ਮਹਾਰਾਜ, ਉਹ ਬਚ ਗਏ। ਹੋਰ ਸਾਰੇ ਜੀਵ ਜਿਹੜੇ ਸੀ ਉਹ ਵਿਸ਼ਿਆਂ ਰੂਪੀ ਚੋਗ ਨਾਲ ਫਸੇ ਹੋਏ ਨੇ। ਬਿਨ ਨਾਵੈ ਚੁਣ ਸੁੱਟੀਐ, ਕੋਇ ਨਾ ਸੰਗੀ ਸਾਥ। ਜਿਹੜੇ ਮਨੁੱਖ ਨਾਮ ਸਿਮਰਨ ਤੋਂ ਬਿਨਾਂ ਨੇ, ਨਾਮ ਜਪਦੇ ਹੀ ਨਹੀਂ, ਕਹਿੰਦੇ ਕੀ ਲੋੜ ਹੈ ਨਾਮ ਦੀ, ਉਹਨਾਂ ਨੂੰ ਗਿਆਨ ਹੀ ਨਹੀਂ। ਉਹਨਾਂ ਨੂੰ ਚੁਣ ਚੁਣ ਕੇ ਜਿਹੜੇ ਜਮਦੂਤ ਨੇ ਨਰਕਾਂ 'ਚ ਸੁੱਟੀ ਜਾਂਦੇ ਨੇ, ਉਸ ਵੇਲੇ ਉਹਨਾਂ ਦਾ ਕੋਈ ਸਾਥੀ ਨਹੀਂ, ਕੋਈ ਸੰਗੀ ਨਹੀਂ, ਕੋਈ ਮਦਦ ਨਹੀਂ ਕਰਦਾ ਉਹਨਾਂ ਦੀ। ਜਿਨ੍ਹਾਂ ਕਰਕੇ ਇੱਥੇ ਜਿਨ ਕਾਰਨ ਗੁਰੂ ਵਿਸਾਰਿਆ, ਸੇ ਨਾ ਉਪਕਰੇ ਅੰਤੀ ਵਾਰ। ਮਹਾਰਾਜ ਕਹਿੰਦੇ ਜਿਨ੍ਹਾਂ ਕਰਕੇ ਗੁਰੂ ਨੂੰ ਵਿਸਾਰਿਆ ਸੀ, ਉਹ ਅੰਤ ਨੂੰ ਖੜੇ ਨਹੀਂ ਹੋਏ ਨਾਲ ਆ ਕੇ। ਹੁਣ ਭਗਤ ਕਬੀਰ ਜੀ ਦੇ ਕੋਲ ਕੋਈ ਅਮੀਰ ਜਾਦਾ ਬੱਚਾ ਛੋਟੀ ਉਮਰ 'ਚ ਆਉਣ ਲੱਗਿਆ, ਸੰਗਤ 'ਚ ਬੈਠਿਆ ਕਰੇ, ਰਾਮ ਰਾਮ ਕਰਦਾ। ਹੁਣ ਥੋੜ੍ਹਾ ਜਿਹਾ ਸਿਆਣਾ ਜਿਹਾ ਹੋ ਗਿਆ, ਸਮਝਦਾਰ ਜਿਹਾ ਹੋ ਗਿਆ, ਘਰਦਿਆਂ ਦਾ ਕੰਮਕਾਰ ਬੜਾ ਉੱਚਾ ਸੀ, ਪੈਸੇ ਵਾਲੇ ਸੀ, ਹੁਣ ਆਉਣੋਂ ਹਟ ਗਿਆ। ਉਸ ਵਕਤ ਕਬੀਰ ਜੀ ਨੇ ਪੁੱਛਿਆ ਭਾਈ ਹੁਣ ਤੂੰ ਆਉਂਦਾ ਹੀ ਨਹੀਂ ਸੰਗਤ ਵਿੱਚ। ਕਹਿੰਦਾ ਕਬੀਰ ਜੀ ਅਸਲ ਵਿੱਚ ਅਸੀਂ ਥੋੜ੍ਹੇ ਜਿਹੇ ਦੁਨੀਆ ਦੇ ਵਿੱਚ ਨਾ, ਜਿੱਥੇ ਤੁਸੀਂ ਤੁਹਾਡੇ ਕੋਲ ਬਹਿੰਦੇ ਲੋਕ ਦਰੀਆਂ 'ਤੇ, ਉੱਥੇ ਗਰੀਬ ਜਿਹੇ ਲੋਕ ਜ਼ਿਆਦਾ ਬਹਿੰਦੇ, ਅਸੀਂ ਥੋੜ੍ਹੇ ਜਿਹੇ ਅਮੀਰ ਹਾਂ, ਫਿਰ ਸਾਨੂੰ ਖਿਆਲ ਜਿਹਾ ਰੱਖਣਾ ਪੈਂਦਾ। ਸਾਡੇ 20-25 ਨੌਕਰ ਆ, ਸਾਡਾ ਕੰਮਕਾਰ ਵੀ ਵੱਡਾ, ਸ਼ਾਹੂਕਾਰ ਤਕੜੇ ਹੈ। ਕਬੀਰ ਜੀ ਨੂੰ ਬਹੁਤ ਇਸ ਗੱਲ ਦਾ ਹਿਰਖ ਹੋਇਆ। ਕਬੀਰ ਜੀ ਕਹਿਣ ਲੱਗੇ ਇਹ ਤਾਂ ਠੀਕ ਹੈ ਵੀ ਤੂੰ ਉੱਥੇ ਨਹੀਂ ਬਹਿੰਦਾ ਉਹਨਾਂ ਦੇ ਨਾਲ, ਰਾਮ ਰਾਮ ਨਹੀਂ ਜਪਦਾ। ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰਿਓ ਮਸਾਨ। ਕਬੀਰ ਜੀ ਕਹਿਣ ਲੱਗੇ ਜਦੋਂ ਮੜੀਆਂ ਦੇ ਵਿੱਚ ਲੱਕੜਾਂ ਦੇ ਉੱਤੇ ਤੈਨੂੰ ਪਾਇਆ ਹੋਵੇਗਾ, ਉੱਥੇ ਤਾਂ ਸਾਰੇ ਹੀ ਸੜਦੇ ਨੇ, ਗਰੀਬ ਅਮੀਰ, ਛੋਟਾ ਵੱਡਾ, ਅਤੇ ਫਿਰ ਉੱਥੇ ਵੀ ਉੱਠ ਕੇ ਭਾਜੀ ਲੱਕੜਾਂ ਤੋਂ ਵੀ ਮੈਂ ਤਾਂ ਜੀ ਬੜਾ ਅਮੀਰ, ਪੈਸੇ ਵਾਲਾ, ਅਸੀਂ ਨਹੀਂ ਸੜਨਾ। ਇਹ ਅਮੀਰੀ ਅਮੂਰੀ ਕੁਛ ਵੀ ਨਹੀਂ ਹੁੰਦੀ। ਕਬੀਰ ਜੀ ਕਹਿੰਦੇ ਐਵੇਂ ਗੱਲਾਂ ਹੀ ਹੁੰਦੀਆਂ ਨੇ। ਭੱਠੀ ਇੱਥੇ ਆ, ਉੱਥੇ ਸਾਰੇ ਹੀ ਸੜਦੇ ਨੇ। ਇਸ ਕਰਕੇ ਉਦੋਂ ਤੁਹਾਡੀ ਅਮੀਰੀ ਕਿੱਥੇ ਜਾਊ, ਉਦੋਂ ਵਿੱਦਿਆ ਕਿੱਥੇ ਜਾਊ, ਉਦੋਂ ਗੁਮਾਨ ਕਿੱਥੇ ਜਾਣਗੇ, ਪਦਾਰਥਾਂ ਦਾ ਹੰਕਾਰ ਕਿੱਥੇ ਜਾਊ, ਜਾਤੀ ਅਭਿਮਾਨ ਵੀ ਮੇਰੀ ਤਾਂ ਬੜੀ ਉੱਚੀ ਜਾਤੀ, ਫਿਰ ਉੱਥੇ ਭੱਠੀ 'ਚ ਨਾ ਸੜਿਓ। ਇਸ ਕਰਕੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਚੱਲਦੇ ਹੋਏ, ਭਾਵੇਂ ਵੀ ਇਹ ਗੱਲ ਮਨ ਦੇ ਉੱਤੇ ਚੋਟ ਕਰਦੀ ਆ ਆਪਣੇ, ਜਦੋਂ ਆਪਾਂ ਕੋਈ ਗੱਲ ਬੋਲਦੇ ਹਾਂ, ਕਿਉਂਕਿ ਸੱਚਾਈ ਹਮੇਸ਼ਾ ਹੀ ਚੋਟ ਕਰ ਜਾਂਦੀ, ਚੁੱਭ ਜਾਂਦੀ ਮਨ ਨੂੰ। ਪਰ ਜੇ ਠੰਡੇ ਦਿਮਾਗ ਨਾਲ ਵਿਚਾਰ ਕੇ ਦੇਖੀਏ ਤਾਂ ਗੱਲ ਤਾਂ ਸਹੀ ਆ ਬਈ, ਸਭ ਨੂੰ ਜਾਣਾ ਤਾਂ ਉੱਥੇ ਹੀ ਪੈਣਾ, ਅਤੇ ਫਿਰ ਮਾਣ ਹੰਕਾਰ ਕਾਹਦਾ ਹੈ ਸਾਡਾ।
ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੇਰਾ ਸੰਗੀ ਸਾਥੀ ਕੋਈ ਨਹੀਂ ਹੋਣਾ ਅੱਗੇ ਜਾ ਕੇ। ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ। ਸਾਰੇ ਵੇਦ ਸ਼ਾਸਤਰ ਜਿਸ ਸੱਚੇ ਨੂੰ ਸੱਚਾ ਕਰਕੇ ਕਹਿੰਦੇ ਪਰਮੇਸ਼ਰ ਨੂੰ, ਉਹ ਸੱਚੇ ਦਾ ਸੱਚਾ ਜਿਹੜਾ ਥਾਂ ਸਾਧ ਸੰਗਤ ਹੈ। ਉਹ ਸਤਸੰਗ 'ਚ ਬਹਿ ਕੇ ਸੱਚੇ ਵਾਹਿਗੁਰੂ ਦੇ ਸੱਚੇ ਨਾਮ ਨੂੰ ਆਖੀਐ ਜੇ ਜਪੀਏ ਤਾਂ ਸੱਚੇ ਦਾ ਜਿਹੜਾ ਸੱਚਾ ਥਾਂ ਹੈ ਅੰਤਰਮੁਖ ਬਿਰਤੀ ਪ੍ਰਾਪਤ ਹੁੰਦੀ। ਫਿਰ ਅੰਤਰਮੁਖ ਬਿਰਤੀ ਹੋਣ ਕਰਕੇ ਸੱਚੇ ਦਾ ਸੱਚਾ ਗਿਆਨ ਪ੍ਰਾਪਤ ਹੁੰਦਾ। ਹਿਰਦੇ 'ਚ ਅੰਦਰ ਮਨ ਮੁੜ ਆਉਂਦਾ ਵਾਪਸ, ਅੰਤਰਮੁਖ ਹੋ ਗਿਆ। ਮਨ ਮੇਰੇ ਬਾਹਰ ਵਸਤ ਨਾ ਭਾਲ, ਬਾਹਰ ਤੋਂ ਮੋੜ ਲਿਆਈਦਾ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਗਿਆਨ ਤੋਂ ਬਾਅਦ ਸੱਚੇ ਦਾ ਸੱਚਾ ਥਾਂ ਸਰੂਪ ਪ੍ਰਾਪਤ ਹੋ ਜਾਂਦਾ। ਅੰਦਰ ਸਰੂਪ ਰੂਪੀ ਪ੍ਰਾਪਤੀ ਹੋ ਗਈ। ਪਹਿਲਾਂ ਸਤਸੰਗਤ ਦੀ ਪ੍ਰਾਪਤੀ ਹੋਈ, ਫਿਰ ਸਰੂਪ ਦੀ ਪ੍ਰਾਪਤੀ ਹੋਈ, ਤੀਜੀ ਪ੍ਰਾਪਤੀ ਹੁਣ ਸਰੂਪ ਦੀ ਪ੍ਰਾਪਤੀ ਹੋਣ ਕਰਕੇ ਫਿਰ ਸਾਰੇ ਇਹਨੂੰ ਸੱਚਾ ਸੱਚਾ ਕਹਿਣ ਲੱਗ ਪੈਂਦੇ ਨੇ ਅਤੇ ਉਹਨੂੰ ਸਭ ਸਥਾਨਾਂ ਦੇ ਉੱਪਰ ਸੱਚਾ ਹੀ ਸੱਚਾ ਵਾਹਿਗੁਰੂ ਫਿਰ ਨਿਗਾਹ ਆਉਣ ਲੱਗ ਜਾਂਦਾ। ਫਿਰ ਸੱਚੇ ਸੱਚਾ ਥਾਨ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ ਨਜ਼ਰ ਆਉਣ ਲੱਗ ਜਾਂਦਾ। ਫਿਰ ਜਦੋਂ ਸੱਚੋ ਸੱਚਾ ਕਹੀ ਜਾਂਦਾ, ਜਪੀ ਜਾਂਦਾ, ਉਹਦਾ ਰੂਪ ਹੋ ਜਾਂਦਾ ਤਾਂ ਸੱਚੇ ਦਾ ਜਿਹੜਾ ਸੱਚਾ ਥਾਨ ਦਸਮ ਦੁਆਰ ਉਹ ਵੀ ਦਿਖ ਜਾਂਦਾ। ਜਦੋਂ ਸਰੀਰ ਛੱਡਦਾ ਤਾਂ ਸੱਚੇ ਦਾ ਜਿਹੜਾ ਸੱਚਾ ਥਾਨ ਸੱਚਖੰਡ ਹੈ, ਫਿਰ ਉਸ ਥਾਂ ਤੇ ਜਾ ਕੇ ਜੀਵ ਦਾ ਵਾਸਾ ਹੋ ਜਾਂਦਾ। ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ। ਜਿਨ੍ਹਾਂ ਨੇ ਸੱਚ ਨਾਮ ਨੂੰ ਮੰਨਿਆ, ਵਾਹਿਗੁਰੂ ਵਾਹਿਗੁਰੂ ਨੂੰ ਮੰਨਿਆ ਕਿ ਸਰਬ ਵਿਆਪਕ ਹੈ, ਪਰਿਪੂਰਨ ਹੈ, ਤਿੰਨਾਂ ਕਾਲਾਂ ਵਿੱਚ ਸੱਚ ਹੈ, ਤਿੰਨਾਂ ਲੋਕਾਂ ਦਾ ਮਾਲਕ ਹੈ, ਸੋ ਉਹਨਾਂ ਦਾ ਮਨ ਸੱਚ ਦੇ ਧਿਆਨ ਵਿੱਚ ਜੁੜ ਗਿਆ ਹੈ। ਸੱਚੇ ਨੂੰ ਮੰਨਣ ਕਰਕੇ ਸੱਚ ਦੇ ਧਿਆਨ ਵਿੱਚ ਚਲੇ ਜਾਣਾ ਕਿ ਸੱਚਾ ਪਰਮਾਤਮਾ ਸਰਬ ਵਿਆਪਕ ਹੈ, ਮੇਰੇ ਨਾਲ ਹੈ, ਅੰਗ ਸੰਗ ਹੈ। ਫਿਰ ਇਸ ਤਰ੍ਹਾਂ ਉਹ ਸੱਚੇ ਦਾ ਧਿਆਨ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਉਹ ਪ੍ਰਕਾਸ਼ ਸਰੂਪ ਹੈ ਵਾਹਿਗੁਰੂ। ਮਨ ਦੇ ਅੰਦਰ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਤਾਂ ਸੱਚੇ ਦਾ ਧਿਆਨ ਫਿਰ ਇਸ ਤਰ੍ਹਾਂ ਕਰੀਦਾ ਕਿ ਇਕੱਲਾ ਵਾਹਿਗੁਰੂ ਵਾਹਿਗੁਰੂ ਨਹੀਂ ਕਰੀਦਾ, ਵਾਹਿਗੁਰੂ ਦਾ ਧਿਆਨ ਵੀ ਕਰੀਦਾ। ਫਿਰ ਗੱਲ ਬਣਦੀ ਧੁਨ ਮੈਂ ਧਿਆਨ ਮੈਂ ਜਾਣਿਆ, ਮਾਨੈ ਮੋਖੇ ਸੂਚੇ ਜਾਣੀਐ, ਗੁਰਮੁਖ ਜਿਨ੍ਹਾਂ ਗਿਆਨ। ਜਿਨ੍ਹਾਂ ਨੂੰ ਗੁਰਾਂ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਹੋਇਆ ਉਹ ਮਨ ਅਤੇ ਮੁਖ ਕਰਕੇ ਪਵਿੱਤਰ ਜਾਣੇ ਜਾਂਦੇ ਨੇ। ਇੱਥੇ ਇਹ ਪਾਠ ਵੱਖਰਾ ਵੱਖਰਾ ਕਰਨਾ ਹੈ। ਮਨ ਦੇ ਨੰਨੇ ਸਿਹਾਰੀ, ਮੁਖ ਦੇ ਖੱਖੇ ਸਿਹਾਰੀ। ਸੋ ਇਸੇ ਤਰ੍ਹਾਂ ਇੱਕ ਪਾਠ ਹੋਰ ਆਉਂਦਾ, ਮਨ ਹੈ, ਮੁਖ ਹੈ, ਮਾਇਆ ਮਾਇਆ। ਮਨ ਵਿੱਚ ਵੀ ਮਾਇਆ, ਮੁਖ ਵਿੱਚ ਵੀ ਮਾਇਆ। ਇੱਥੇ ਵੀ ਕਹਿੰਦੇ ਨੇ ਮਨ ਹੈ, ਮੁਖ ਹੈ, ਸੂਚੇ ਜਾਣੀਆਂ ਹੈ। ਉਹ ਮਨ ਕਰਕੇ ਮੂੰਹ ਕਰਕੇ ਸੁੱਚੇ ਜਾਣੇ ਜਾਂਦੇ ਨੇ। ਬ੍ਰਹਮ ਗਿਆਨੀ ਦੀ ਅਵਸਥਾ ਮਹਾਰਾਜ ਜਿਵੇਂ ਕਹਿੰਦੇ ਨੇ। ਸੋ ਇਸ ਤਰ੍ਹਾਂ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ। ਮਹਾਰਾਜ ਕਹਿੰਦੇ ਤੂੰ ਵੀ ਭਾਈ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ, ਗਲ 'ਚ ਪੱਲਾ ਪਾ, ਇੱਕ ਚਿੱਤ ਹੋ ਕੇ ਬੇਨਤੀ ਕਰ, ਉਹ ਤੈਨੂੰ ਸਾਜਨ ਪਰਮਾਤਮਾ ਦੇ ਨਾਲ ਮਿਲਾ ਦੇਣਗੇ। ਸੱਜਣ ਦੇ ਨਾਲ ਜੋ ਵਾਹਿਗੁਰੂ ਆ ਉਹਦੇ ਨਾਲ ਮਿਲਾ ਦੇਣਗੇ। ਸਤਿਗੁਰੂ ਦਾ ਕਰਮ ਹੀ ਹੈ, ਹਰ ਦਰਗਾਹ ਕਾ ਬੈਸੀਠ ਹੈ। ਸਤਿਗੁਰੂ ਸਾਡੇ ਵਿਚੋਲੇ ਨੇ। ਸਤਿਗੁਰੂ ਜੀ ਸਾਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਨੇ। ਹਰ ਸਾਜਨ ਦੇ ਮਿਲਾਏ। ਇਸ ਕਰਕੇ ਸਾਜਨ ਮਿਲਿਆ ਸੁਖ ਪਾਇਆ, ਜਮਦੂਤ ਮੂਏ ਬਿਖ ਖਾਏ। ਜਿਨ੍ਹਾਂ ਨੂੰ ਸੱਜਣ ਪਰਮਾਤਮਾ ਮਿਲਿਆ ਉਹਨਾਂ ਨੇ ਆਤਮਿਕ ਆਨੰਦ ਪ੍ਰਾਪਤ ਕਰ ਲਿਆ। ਜਮਦੂਤ ਮਰ ਗਏ ਜ਼ਹਿਰ ਖਾ ਕੇ। ਉਹਨਾਂ ਨੂੰ ਕਿਹੜੀ ਜ਼ਹਿਰ ਹੈ? ਮਹਾਰਾਜ ਕਹਿੰਦੇ ਜਿਹੜੇ ਨਾਮ ਰੂਪ ਉਹ ਤਾਂ ਅੰਮ੍ਰਿਤ ਹੁੰਦਾ, ਜਮਦੂਤਾਂ ਲਈ ਨਾਮ ਜ਼ਹਿਰ ਬਣ ਜਾਂਦਾ, ਮਾਰਨ ਲਈ ਭਾਵ ਉਹਨਾਂ ਨੂੰ। ਨਾਮ ਹੈ ਤਾਂ ਮਿੱਠਾ ਪਰ ਜਮਦੂਤਾਂ ਦੇ ਮਾਰਨੇ ਨੂੰ ਵਿਆਹ ਰੂਪ ਹੈ। ਜਿਵੇਂ ਮਿਸ਼ਰੀ ਹੈ ਮਿੱਠੀ ਪਰ ਗਧੇ ਨੂੰ ਮਾਰਨ ਲਈ ਕਹਿੰਦੇ ਵਿਆਹ ਰੂਪ ਹੈ। ਮਿਸ਼ਰੀ ਖਾ ਕੇ ਉਹ ਚੜ੍ਹਾਈ ਕਰ ਜਾਂਦਾ। ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਿਹੜਾ ਹੈ ਇਹ ਦੁਸ਼ਟ ਦੋਖੀਆਂ ਨੂੰ ਪਰੇ ਕਰ ਦਿੰਦਾ।
ਨਾਮ ਦੇ ਸੁਣਨੇ ਕਰਕੇ ਜਮਦੂਤ ਆਪਣੇ ਆਪ ਹੀ ਦੌੜ ਜਾਂਦੇ ਨੇ, ਕਿਉਂਕਿ ਨਾਮ ਤੋਂ ਇਹ ਸਾਰੇ ਜਾਣੇ ਬਹੁਤ ਡਰਦੇ ਨੇ। ਨਾਵੈ ਅੰਦਰ ਹਉ ਵਸਾਂ, ਨਾਉ ਵਸੈ ਮਨ ਆਏ। ਪਰਮੇਸ਼ਰ ਨੇ ਆਕਾਸ਼ਬਾਣੀ ਕੀਤੀ, ਇਸ ਤਰ੍ਹਾਂ ਬਚਨ ਕੀਤਾ ਪ੍ਰਮਾਤਮਾ ਨੇ, ਅਥਵਾ ਪ੍ਰਮਾਤਮਾ ਇਉਂ ਫਰਮਾਉਂਦੇ ਨੇ। ਹਉ ਤੋਂ ਭਾਵ ਹੈ ਨਾਵੈ ਅੰਦਰ ਹਉ ਵਸਾਂ। ਪ੍ਰਮਾਤਮਾ ਜੀ ਕਹਿੰਦੇ ਮੈਂ ਨਾਮ ਦੇ ਅੰਦਰ ਵਸਦਾ ਅਤੇ ਨਾਮ ਜਪਣ ਵਾਲਾ ਮਨੁੱਖ ਮੇਰੇ ਵਿੱਚ ਆ ਕੇ ਵਸਦਾ ਹੈ। ਨਾਉ ਵਸੈ ਮਨ ਆਏ। ਉਹਦੇ ਹਿਰਦੇ ਵਿੱਚ ਜਦੋਂ ਨਾਉ ਵਸ ਜਾਂਦਾ ਹੈ ਅਤੇ ਉਹ ਮੇਰੇ ਵਿੱਚ ਹੀ ਹੌਲੀ ਹੌਲੀ ਲੀਨ ਹੋ ਜਾਂਦਾ ਹੈ। ਬਾਜ ਗੁਰੂ ਗੁਬਾਰ ਹੈ, ਬਿਨ ਸ਼ਬਦੈ ਬੂਝ ਨਾ ਪਾਏ। ਸਤਿਗੁਰੂ ਜੀ ਤੋਂ ਬਿਨਾਂ ਗਿਆਨ ਰੂਪ ਜਿਹੜਾ ਘੁੱਪ ਗਾੜਾ ਹਨੇਰਾ ਹੁੰਦਾ ਨਾ, ਉਹ ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਸਮਝ ਨਹੀਂ ਪੈਂਦੀ, ਕਿਉਂਕਿ ਬੂਝ ਨਹੀਂ ਪੈਂਦੀ, ਸਮਝ ਨਹੀਂ ਪੈਂਦੀ। ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਹਨੇਰਾ ਦੂਰ ਨਹੀਂ ਹੁੰਦਾ ਇਨਸਾਨ ਦਾ। ਹਨੇਰਾ ਅੰਦਰ ਬਹੁਤ ਜ਼ਿਆਦਾ ਛਾਇਆ ਹੋਇਆ। ਇਹ ਤਾਂ ਬਚਪਨ ਤੋਂ ਹੀ ਲੈ ਕੇ ਕਿਤੇ ਸੰਗਤ ਹੁੰਦੀ ਰਹੇ ਫਿਰ ਤਾਂ ਰਹਿੰਦਾ ਠੀਕ, ਜਦੋਂ ਬਚਪਨ ਤੋਂ ਲੈ ਕੇ ਤਾਂ ਹੋਰ ਹੀ ਕੁਝ ਸਿੱਖਿਆ ਹੋਇਆ। ਵੱਡੇ ਹੋਣ ਤੱਕ ਅੰਦਰ ਇੰਨੀਆਂ ਜੜ੍ਹਾਂ ਪ੍ਰਬਲ ਹੋ ਜਾਂਦੀਆਂ ਦੁਰਮਤ ਦੀਆਂ, ਗੁਬਾਰ ਦੀਆਂ, ਉਹ ਬਹੁਤ ਔਖੀਆਂ ਹੁੰਦੀਆਂ ਕੱਢਣੀਆਂ। ਮਹਾਰਾਜ ਕਹਿੰਦੇ ਬਚਪਨ ਤੋਂ ਹੀ ਲੈ ਕੇ ਜੇ ਕਿਤੇ ਕਿਰਪਾ ਹੋ ਜੇ ਮਹਾਰਾਜ ਦੀ, ਸਤ ਸੰਗਤ ਪਹਿਲਾਂ ਤੋਂ ਹੀ ਮਿਲਦੀ ਰਹੇ, ਘੁੱਪ ਗਾੜੇ ਹਨੇਰੇ ਤੋਂ ਫਿਰ ਬਚ ਜਾਈਦਾ। ਪਰ ਫਿਰ ਵੀ ਸਤਿਗੁਰੂ ਦਾ ਜਿਹੜਾ ਪ੍ਰਕਾਸ਼ ਹੈ ਨਾ, ਕਿੰਨਾ ਮਰਜ਼ੀ ਦੁਰਮਤ ਹੋਵੇ ਛਿਨ ਵਿੱਚ ਕੱਟ ਦਿੰਦੇ। ਗੁਰਮਤੀ ਪ੍ਰਗਾਸ ਹੋਏ, ਸੱਚ ਰਹਿ ਲਿਵ ਲਾਏ। ਗੁਰਮਤੀਆਂ ਨੂੰ ਗਿਆਨ ਹੋ ਗਿਆ, ਪ੍ਰਗਾਸ ਹੋ ਗਿਆ ਉਹਨਾਂ ਦੇ ਅੰਦਰ, ਇਸ ਕਰਕੇ ਉਹ ਸੱਚ 'ਚ ਲਿਵ ਲਾ ਕੇ ਬੈਠੇ ਰਹਿੰਦੇ ਹਮੇਸ਼ਾ, ਕਿਉਂਕਿ ਉਹਨਾਂ ਨੂੰ ਅੰਦਰ ਅਕਲ ਆ ਗਈ, ਸੋਝੀ ਪੈਦਾ ਹੋ ਗਈ ਉਹਨਾਂ ਦੇ ਮਨ ਦੇ ਅੰਦਰ। ਤਿੱਥੈ ਕਾਲ ਨਾ ਸੰਚਰੈ, ਜੋਤੀ ਜੋਤ ਸਮਾਏ। ਜਿੱਥੇ ਗੁਰਮਤੀਏ ਨੇ ਨਾ, ਉੱਥੇ ਕਾਲ ਨਹੀਂ ਪਹੁੰਚ ਸਕਦਾ। ਸੰਚਰੈ ਤੋਂ ਭਾਵ ਪਹੁੰਚਣਾ, ਕਿਉਂਕਿ ਗੁਰਮਤੀਆਂ ਦੀ ਜੋਤ ਜਿਹੜੀ ਹੈ ਨਾ, ਉਹ ਜੋਤ ਸਰੂਪ ਪਰਮਾਤਮਾ ਦੇ ਵਿੱਚ ਅਭੇਦ ਹੋ ਗਈ, ਲੀਨ ਹੋ ਗਈ। ਜਿਉਂ ਪਾਣੀ ਸੰਗ ਪਾਣੀ ਵਾਂਗੂ ਲੀਨ ਹੋਣ ਕਰਕੇ ਉੱਥੇ ਕਾਲ ਨੇ ਕਿੱਥੇ ਜਾਣਾ। ਤੂੰ ਹੈ ਸਾਜਨ, ਤੂੰ ਸੁਜਾਨ, ਤੂੰ ਆਪੇ ਮੇਲਣਹਾਰ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਸੱਜਣ ਹੋ, ਆਪ ਹੀ ਸੁਜਾਨ ਹੁੰਦਾ, ਚਤੁਰ ਹੋ, ਸਿਆਣੇ ਹੋ, ਅਤੇ ਆਪ ਹੀ ਆਪਣੇ ਸੇਵਕਾਂ ਨੂੰ ਆਪਣੇ ਨਾਲ ਮੇਲਣ ਵਾਲੇ ਹੋ ਜੀ। ਗੁਰ ਸ਼ਬਦੀ ਸਾਲਾਹੀ ਹੈ, ਅੰਤ ਨਾ ਪਾਰਾਵਾਰ। ਗੁਰਾਂ ਦੇ ਉਪਦੇਸ਼ ਦੁਆਰਾ ਹਮੇਸ਼ਾ ਉਹਨੂੰ ਸਲਾਹੁਣਾ ਕਰੀਏ, ਕਿਉਂਕਿ ਆਪਣੇ ਆਪ ਅਸੀਂ ਸਲਾਹ ਨਹੀਂ ਸਕਦੇ। ਕਈ ਵਾਰੀ ਸਲਾਹੁਤਾ ਕਰਦਿਆਂ ਕਰਦਿਆਂ ਉਲਟੀ ਗੱਲ ਹੋ ਜਾਂਦੀ ਹੈ, ਕਹਿ ਨਹੀਂ ਹੁੰਦਾ ਕਿ ਸਿਫਤ ਕਿਵੇਂ ਕਰੀਏ। ਇਸੇ ਕਰਕੇ ਗੁਰਾਂ ਨੇ ਸ਼ਬਦ ਉਚਾਰ ਦਿੱਤੇ ਸਿਫਤ ਦੇ। ਸਿਫਤ ਦੇ ਸ਼ਬਦ ਉਚਾਰਨਾ ਕਰੀਏ ਤਾਂ ਪ੍ਰਮਾਤਮਾ ਦੀ ਸਿਫਤ ਆਪੇ ਹੀ ਹੋ ਜਾਂਦੀ ਹੈ। ਜਿਹਦੇ ਪਾਰ ਔਰ ਵਾਰ ਦਾ ਕੋਈ ਅੰਤ ਹੀ ਨਹੀਂ ਆਉਂਦਾ, ਉਹਦੀ ਸਲਾਹੁਤਾ ਕਰੀਏ ਪ੍ਰਮਾਤਮਾ ਦੀ ਸ਼ਬਦ ਦੇ ਨਾਲ। ਤਿੱਥੈ ਕਾਲ ਨਾ ਅਪੜੈ, ਜਿੱਥੈ ਗੁਰ ਕਾ ਸ਼ਬਦ ਅਪਾਰ। ਜਿੱਥੇ ਅਪਾਰ ਪ੍ਰਭੂ ਦੀ ਪ੍ਰਾਪਤੀ ਕਰਨ ਵਾਲਾ ਗੁਰੂ ਉਪਦੇਸ਼ ਹੈ ਨਾ, ਸਤਿਗੁਰੂ ਦਾ ਸ਼ਬਦ ਹੈ ਜਿੱਥੇ, ਉਹ ਜਗ੍ਹਾ ਤੇ ਤਾਂ ਕਾਲ ਵੀ ਨਹੀਂ ਪਹੁੰਚ ਸਕਦਾ। ਪਹਿਲਾਂ ਵੀ ਕਿਹਾ ਤਿੱਥੈ ਕਾਲ ਨਾ ਸੰਚਰੈ, ਜੋਤੀ ਜੋਤ ਸਮਾਏ। ਹੁਣ ਵੀ ਕਹਿੰਦੇ ਨੇ ਤਿੱਥੈ ਕਾਲ ਨਾ ਅਪੜੈ, ਜਿੱਥੈ ਗੁਰ ਕਾ ਸ਼ਬਦ ਅਪਾਰ। ਅਪਾਰ ਗੁਰਾਂ ਦਾ ਸ਼ਬਦ ਜਿਸ ਜਗ੍ਹਾ ਜੀਵ ਨੂੰ ਪਹੁੰਚਾਉਂਦਾ, ਉੱਥੇ ਕਾਲ ਨਹੀਂ ਪਹੁੰਚ ਸਕਦਾ, ਕਿਉਂਕਿ ਕਾਲ ਵੀ ਕਿਸੇ ਹੱਦ ਤੱਕ ਹੀ ਜਾ ਸਕਦਾ। ਸੱਚਖੰਡ ਨੂੰ ਜਾਂਦਿਆਂ ਹੋਇਆਂ ਇੱਕ ਹੱਦ ਆ ਜਾਂਦੀ ਹਰੇਕ ਦੀ। ਦੇਵੀ ਦੇਵਤੇ ਜਦੋਂ ਲੈਣ ਆਉਂਦੇ ਮਹਾਰਾਜ ਨੂੰ, ਸਤਿਕਾਰ ਨਾਲ ਅੱਗਿਓਂ ਫੁੱਲਾਂ ਦੀ ਵਰਖਾ ਕਰਨੀ, ਵਿਮਾਨ ਅੱਗੇ ਅੱਗੇ ਜਾਂਦਾ ਸੀ। ਸਾਰੇ ਜਾਣੇ ਆਪੋ ਆਪਣੀ ਹੱਦ ਤੱਕ ਹੀ ਸੀਮਿਤ ਹੁੰਦੇ, ਫਿਰ ਪਿੱਛੇ ਮੁੜ ਆਉਂਦੇ ਨੇ, ਕਿਉਂਕਿ ਕਾਲ ਦੀ ਵੀ ਇੱਕ ਹੱਦ ਹੈ। ਕਾਲ ਨੂੰ ਵੀ ਇੱਕ ਇਲਾਕਾ ਦਿੱਤਾ, ਇੰਨੇ ਏਰੀਏ 'ਚ ਤੇਰਾ ਸੁਰਾਜ ਹੈ, ਮੇਰੇ ਇਲਾਕੇ ਵਿੱਚ ਨਹੀਂ ਆਉਣਾ। ਪਰਮਾਤਮਾ ਦੇ ਇਲਾਕੇ ਵਿੱਚ ਕਾਲ ਨਹੀਂ ਜਾਂਦਾ। ਜਿੱਥੇ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ, ਉਹਨਾਂ ਨੂੰ ਕਾਲ ਨਹੀਂ ਖਾਂਦਾ। ਹੁਕਮੀ ਸਭੇ ਉਪਜੈ, ਹੁਕਮੀ ਕਾਰ ਕਮਾਹੇ। ਹੁਕਮੀ ਜੋ ਪਰਮਾਤਮਾ ਨਾ, ਪਰਮਾਤਮਾ ਦੇ ਹੁਕਮ ਵਿੱਚ ਸਾਰੇ ਜੀਵ ਪੈਦਾ ਹੋਏ ਨੇ ਅਤੇ ਹੁਕਮ ਦੇ ਵਿੱਚ ਹੀ ਕਾਰ ਕਮਾਹੇ ਕੰਮ ਕਰਦੇ ਨੇ। ਹੁਕਮੀ ਕਲ ਹੈ ਵਸ ਹੈ, ਹੁਕਮੀ ਸਾਚ ਸਮਾਹੇ। ਹੁਕਮੀ ਜੋ ਪਰਮਾਤਮਾ ਦੇ ਹੁਕਮ ਵਿੱਚ ਹੀ ਕਾਲ ਦੇ ਵਸ ਵਿੱਚ ਪੈਂਦੇ ਨੇ ਲੋਕ
ਅਤੇ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਇਹ ਜੀਵ ਜਿਹੜੇ ਨੇ ਸੱਚ ਦੇ ਵਿੱਚ ਜਾ ਕੇ ਸਮਾ ਜਾਂਦੇ ਨੇ। ਉਹ ਸੋਝੀ ਪਾ ਦਿੰਦਾ, ਅੰਦਰ ਅਕਲ ਆ ਜਾਂਦੀ ਬੰਦੇ ਨੂੰ, ਪਰਦੇ ਖੁੱਲ੍ਹ ਜਾਂਦੇ ਨੇ ਅੰਦਰਲੇ। ਨਾਨਕ ਜੋ ਤਿਸ ਭਾਵੈ ਸੋ ਥੀਐ, ਇਹਨਾਂ ਜਨਤਾ ਵਸ ਕਿਛ ਨਾਹੀਂ। ਮਹਾਰਾਜ ਕਹਿੰਦੇ ਜੋ ਵਾਹਿਗੁਰੂ ਨੂੰ ਭਾਉਂਦਾ ਉਹੀ ਕੁਝ ਹੁੰਦਾ, ਇਹਨਾਂ ਵਿਚਾਰੇ ਜੀਵਾਂ ਦੇ ਵੱਸ ਵਿੱਚ ਕੁਝ ਵੀ ਨਹੀਂ ਹੈ। ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਿ ਮੈਂ ਕਰ ਦਿਆਂਗਾ, ਜੇ ਮੈਂ ਨਾ ਹੁੰਦਾ, ਮੈਂ ਐਂ ਕਰ ਦਿੱਤਾ ਹੈ। ਇਹ ਹਉਮੈ ਦੇ ਵਾਕ ਕਹਿ ਸਕਦੇ ਨੇ, ਪਰ ਕਰ ਕੁਝ ਵੀ ਨਹੀਂ ਸਕਦੇ।